ਸਾਰਿਆਂ ਨੂੰ ਜੈ ਮਸੀਹ ਦੀ। ਅੱਜ ਦੇ ਸੁੰਦਰ ਦਿਨ ਦੇ ਵਿੱਚ ਮੈਂ ਪ੍ਰਭੂ ਦਾ ਧੰਨਵਾਦ ਕਰਦਾ ਅਤੇ ਆਪ ਦਾ ਇਸ ਦਿਨ ਦੇ ਵਿੱਚ ਸਵਾਗਤ ਕਰਦਾ। ਪ੍ਰਭੂ ਇਸ ਵਚਨ ਨੂੰ ਸੁਣਨ ਤੋਂ ਪਹਿਲਾਂ ਸਾਨੂੰ ਪ੍ਰਾਰਥਨਾ ਵਿੱਚ ਜਾਣ ਦੇ ਲਈ ਅਤੇ ਇਸ ਦੇ ਭੇਤਾਂ ਨੂੰ ਪ੍ਰਾਰਥਨਾ ਦੇ ਰਾਹੀਂ ਸਮਝਣ ਦੇ ਲਈ ਮਦਦ ਕਰੇ। ਦਿਆਲੂ ਪ੍ਰਭੂ, ਅਸੀਂ ਆਪ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਅੱਜ ਦੇ ਇਸ ਵਚਨ ਦੇ ਲਈ ਜੋ ਤੁਸੀਂ ਸਾਨੂੰ ਦੇਣ ਜਾ ਰਹੇ ਹੋ। ਇਸ ਵਚਨ ਦੇ ਰਾਹੀਂ ਅਸੀਂ ਤੇਰੀ ਮੁਕਤੀ ਨੂੰ ਪਛਾਣੀ ਔਰ ਤੇਰੇ ਰਾਜ ਵਿੱਚ ਅੱਗੇ ਵਧੀਏ। ਅਜਿਹਾ ਹੋਣ ਦੇ ਲਈ ਸਾਡੀ ਮਦਦ ਕਰ। ਇਹ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਮੈਂ ਵਚਨ ਦਾ ਭਾਗ ਲਿਆ ਹੈ ਉਹ ਲਿਆ ਹੈ ਉਪਦੇਸ਼ਕ ਦੀ ਪੋਥੀ 7 ਅਧਿਆਏ ਉਸ ਦੀ 2 ਆਇਤ ਵਿੱਚੋਂ। ਇੱਥੇ ਲਿਖਿਆ ਹੈ, ਸਿਆਪੇ ਵਾਲੇ ਘਰ ਦੇ ਵਿੱਚ ਜਾਣਾ ਨਿਉਂਦੇ ਵਾਲੇ ਘਰ ਵਿੱਚ ਵੜਨ ਨਾਲੋਂ ਚੰਗਾ ਹੈ, ਕਿਉਂ ਜੋ ਸਾਰਿਆਂ ਲੋਕਾਂ ਦਾ ਅੰਤ ਇਹੋ ਹੈ ਅਤੇ ਜਿਉਂਦੇ ਆਪਣੇ ਦਿਲ ਵਿੱਚ ਇਹਨੂੰ ਲਿਆਉਣਗੇ। ਇਸ ਦਾ ਜੋ ਮੈਂ ਵਿਸ਼ਾ ਲਿਆ ਹੈ, ਅੱਜ ਦਾ ਦਿਨ ਮੁਕਤੀ ਦਾ ਦਿਨ ਹੈ। ਅੱਜ ਦਾ ਦਿਨ ਮੁਕਤੀ ਦਾ ਦਿਨ ਹੈ। ਇਹ ਪਰਮੇਸ਼ਰ ਦੀ ਆਵਾਜ਼ ਹੈ। ਔਰ ਇਸ ਪੁਸਤਕ ਨੂੰ ਜਦੋਂ ਮੈਂ ਪੜ੍ਹ ਰਿਹਾ ਸੀ, ਇਸ ਪੁਸਤਕ ਦੇ ਵਿੱਚੋਂ ਬਹੁਤ ਸਾਰੀਆਂ ਭੇਤ ਦੀਆਂ ਗੱਲਾਂ ਨੇ ਜਿਹੜੀਆਂ ਸੁਲੇਮਾਨ ਨੇ ਬੁੱਧੀ ਦੇ ਰਾਹੀਂ ਜੋ ਪਰਮੇਸ਼ਰ ਨੇ ਦਿੱਤੀ ਪ੍ਰਗਟ ਕੀਤੀਆਂ। ਇਸ ਵਿੱਚ ਕੁਝ ਗੱਲਾਂ ਨੇ ਜਿਹੜੀਆਂ ਮੈਂ ਆਪ ਨੂੰ ਦੱਸਣਾ ਚਾਹੁੰਦਾ ਹਾਂ। ਇਸ ਪੁਸਤਕ ਵਿੱਚ ਵਿਅਰਥ ਹੀ ਵਿਅਰਥ ਸ਼ਬਦ ਬਾਰ-ਬਾਰ ਆਉਂਦਾ ਹੈ ਅਤੇ ਇਸ ਦਾ ਜੋ ਮੁੱਖ ਵਿਸ਼ਾ ਹੈ, ਮੁੱਖ ਕਾਰਨ ਹੈ, ਉਹ ਹੈ ਜੀਵਨ ਪਰਮੇਸ਼ਰ ਦਾ ਵਰਦਾਨ ਹੈ। ਇਹ ਜਾਣ ਕੇ ਆਨੰਦ ਨਾਲ ਬਤੀਤ ਕਰਨ ਦੇ ਲਈ ਸਾਨੂੰ ਇਹਦੇ ਵਿੱਚ ਸ਼ਬਦ ਮਿਲਦਾ ਹੈ। ਦੂਸਰੀ ਗੱਲ, ਪਰਮੇਸ਼ਰ ਨਿਆਂ ਕਰਨ ਵਾਲਾ ਹੈ। ਇਹ ਜਾਣ ਕੇ ਪਰਮੇਸ਼ਰ ਦਾ ਆਗਿਆਕਾਰੀ ਬਣ ਕੇ ਜੀਵਨ ਬਤੀਤ ਕਰਨਾ ਹੈ। ਪਰਮੇਸ਼ਰ ਆਉਣ ਵਾਲਾ ਹੈ ਅਤੇ ਨਿਆਂ ਕਰਨ ਵਾਲਾ ਹੈ। ਇਸ ਲਈ ਅਸੀਂ ਇਹ ਜਾਣ ਕੇ ਆਗਿਆਕਾਰੀ ਬਣ ਕੇ ਪਰਮੇਸ਼ਰ ਵਿੱਚ ਜੀਵਨ ਬਤੀਤ ਕਰਨਾ ਹੈ। ਇਹ ਗੱਲ ਸਾਨੂੰ ਉਪਦੇਸ਼ਕ ਦੀ ਪੋਥੀ ਵਿੱਚ ਮਿਲਦੀ ਹੈ। ਜਦੋਂ ਮੈਂ ਇਸ ਗੱਲ ਨੂੰ ਪੜ੍ਹਨ ਦੇ ਉੱਤੇ ਧਿਆਨ ਦਿੱਤਾ ਤਾਂ ਮੇਰਾ ਇੱਥੇ ਧਿਆਨ ਜਾਣ ਦਾ ਇੱਕ ਖਾਸ ਕਾਰਨ ਸੀ। ਉਹ ਖਾਸ ਕਾਰਨ ਕੀ ਸੀ ਕਿ ਥੋੜਾ ਸਮੇਂ ਪਹਿਲਾਂ ਮੈਂ ਕਿਸੇ ਦੇ ਦਫਨਾਏ ਜਾਣ ਵਿੱਚ ਸ਼ਾਮਿਲ ਹੋਇਆ। ਉੱਥੇ ਮੈਂ ਜ਼ਿੰਦਗੀ ਉੱਤੇ ਉਹਨਾਂ ਸ਼ਬਦਾਂ ਉੱਤੇ ਚਿੰਤਨ ਕੀਤਾ ਜਿਹੜੇ ਉਸ ਪਿਆਰੇ ਵਿਸ਼ਵਾਸੀ ਦੇ ਸੰਬੰਧ ਵਿੱਚ ਕਹੇ ਗਏ ਸਨ, ਜੋ ਥੋੜਾ ਸਮਾਂ ਪਹਿਲਾਂ ਪ੍ਰਭੂ ਦੇ ਸੰਗ ਰਹਿਣ ਲਈ ਬੁਲਾ ਲਿਆ ਗਿਆ। ਪ੍ਰਭੂ ਦੇ ਸੰਗ ਰਹਿਣ ਲਈ ਬੁਲਾ ਲਿਆ ਗਿਆ। ਮੈਂ ਇਸ ਸ਼ਬਦ ਦੇ ਉੱਤੇ ਬਹੁਤ ਹੀ ਗੌਰ ਕੀਤਾ, ਬਹੁਤ ਹੀ ਧਿਆਨ ਕੀਤਾ। ਬਾਲੇ ਲੋਕ ਇਹ ਗੱਲਾਂ ਦੇ ਵਿੱਚ ਜਾਂਦੇ ਆ ਤੇ ਸੁਣਦੇ ਆ, ਇਸ ਗੱਲ ਦੇ ਉੱਤੇ ਉਹ ਚਿੰਤਾ ਨਹੀਂ ਕਰਦੇ। ਸਿਆਪੇ ਵਾਲੇ ਘਰ ਦੇ ਵਿੱਚ ਜਾਣਾ। ਸਿਆਪਾ ਕੀ ਹੁੰਦਾ ਹੈ? ਰੋਣਾ। ਉਸ ਗੱਲ ਦੇ ਲਈ ਰੋਣਾ ਜਿਹੜੀ ਸਾਡੇ ਜੀਵਨ ਤੇ ਹੁੰਦੇ ਹੋਇਆਂ ਸਾਤੋਂ ਦੂਰ ਚਲੀ ਗਈ, ਜਿਸ ਦੇ ਨਾਲ ਸਾਡਾ ਲਗਾਵ ਸੀ, ਸਾਤੋਂ ਦੂਰ ਚਲੀ ਗਈ, ਸਾਡੇ ਵਿੱਚ ਵਿਛੋੜਾ ਪੈ ਗਿਆ। ਇਹ ਸਿਆਪਾ। ਪਰ ਜਦੋਂ ਮੈਂ ਇਹ ਦਫਨਾਏ ਜਾਣ ਦੇ ਉੱਤੇ ਮਨਨ ਕਰ ਰਿਹਾ ਸੀ, ਉਹਨਾਂ ਸ਼ਬਦਾਂ ਨੂੰ ਵੇਖ ਰਿਹਾ ਸੀ, ਤਦ ਮੈਨੂੰ ਇਹ ਗੱਲ ਪ੍ਰਭੂ ਦੇ ਕੋਲੋਂ ਬਹੁਤ ਹੀ ਸੁੰਦਰ ਲੱਗੀ ਕਿ ਉਹ ਪ੍ਰਭੂ ਦੇ ਸੰਗ ਰਹਿਣ ਲਈ ਬੁਲਾ ਲਿਆ ਗਿਆ, ਕਿ ਉਹ ਪ੍ਰਭੂ ਦੇ ਸੰਗ ਰਹਿਣ ਦੇ ਲਈ ਬੁਲਾ ਲਿਆ ਗਿਆ। ਮੇਰਾ ਵਿਸ਼ਾ ਵੀ ਅੱਜ ਦਾ ਇਹੋ ਹੈ ਕਿ ਪ੍ਰਭੂ ਦੇ ਲਈ ਅੱਜ ਦਾ ਦਿਨ ਮੁਕਤੀ ਦਾ ਦਿਨ ਹੈ। ਪਿਆਰੇ ਅਜ਼ੀਜ਼,
ये विश्वासी दे लई शब्द कहे गए कि वो प्रभु दे संग रहन दे लई बुला लिया गया। ये संसार दे लई नहीं कहे गए, ना संसार दे लई कहे जाते हैं, सिर्फ विश्वासी दे लई। विश्वासी कौन? जेड़ा यसु मसीह दे उत्ते नीचा करता है। यसु मसीह दे उत्ते क्यों नीचा करता है? की कारण है? क्योंकि यसु मसीह दा इस दुनिया दे विच आण दा कारण की है? पहली गल तां अविश्वासी जीवन दे विच अविश्वासी नूं पता होनी चाहिदी है उसदा इस दुनिया दे विच आउण दा कारण की सी। यसु मसीह इस दुनिया दे विच पापियां नूं बचाउण दे लई आया। क्योंकि बाणी दसदी है रोमियां दी पुस्तक 3 अध्याय उसकी 23 आयत दे विच, सबना ने पाप कीता अते परमेश्वर दे प्रताप तो रहत हो गए। सबना ने पाप किया। ਇਹਦਾ मतलब एक भी व्यक्ति इस दुनिया ਦੇ ਵਿੱਚ ਅਜਿਹਾ नहीं ਜਿਹੜਾ ਧਰਮੀ है सिवाय परमेश्वर पुत्र ਅਤੇ परमेश्वर ਨੂੰ ਛੱਡ। कोई भी ਧਰਮੀ नहीं। ਤੇ सब पाप ਦੇ ਵਿੱਚ ਪੈ ਗਏ। ਬਾਣੀ ਦੇ ਵਿੱਚ ਜਦੋਂ ਅਸੀਂ ਰੋਮੀਆਂ ਦੀ ਪੁਸਤਕ 3 ਅਧਿਆਏ 9 ਅਤੇ 10 ਆਇਤ ਨੂੰ ਵੀ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਲਿਖਿਆ ਹੈ ਕੋਈ ਵੀ ਧਰਮੀ ਨਹੀਂ, ਇੱਕ ਵੀ ਧਰਮੀ ਨਹੀਂ, सब पाप दे हेठ है। जेड़े पाप दे हेठ है बाणी दसदी है वो मौत दे अधीन है, वो सदा दी मौत दे अधीन है। पर धन्नवाद है परमेश्वर दा, जदों असीं रोमियां 6:23 पढ़ते हैं, पाप दी मजदूरी मौत है पर परमेश्वर दी बख्शिश मसीह यसू दे विच सदी पहुंचाउणा। इहदा मतलब परमेश्वर ने मेरे अते आप दे लई अते सर्वत संसार दे मनुख जाति दे लई सियापे तो वचन दा एक रास्ता दिता है, विछोड़े तो वचन दा एक रास्ता दिता है, जिंदगी तो जड़ी ये जिंदगी मैनू अते आप नू दिती है, इस जिंदगी नू बचाउण दा एक राह दिता है, वो है प्रभु यसु मसीह। जदों मैं गल ते ध्यान कर रहा सी, एक गल बड़ी ही इंपोर्टेंट सी कि प्रभु दे संग रहन लई बुला लिया गया। तद मैं हैरान होया, जे ए मेरा दफनाया जाना हुंदा तां की मेरे बारे कहा जांदा? अपने उत्ते ध्यान करके देखो कि जे मेरे बारे कहा जांदा तां कि यह सच हुंदा। बेशक दफनाए जाण वेले असी विछड़ गए दे बारे कदे बुरा नहीं बोलते, ते इस तो वध महत्वपूर्ण कि परमेश्वर की कहेगा ना कि लोग की कहते हैं। लोग बहुत कुछ कहते हैं, बहुत चंगा सी, बहुत वधिया उहदी बोल बाणी सी, वट परमेश्वर की कहेगा? ये इंपॉर्टेंट है, ये महत्वपूर्ण है, इस गल दे उत्ते ध्यान देना है। जे परमेश्वर दे संग बुला लिया गया तां ओ तद होवेगा जद मैं अपने मुक्तिदाता प्रभु यसु मसीह नू जो पापा तो छुड़ाउण दे लई इस दुनिया दे विच मेरे लिए आया अते मेरे पाप दे सारे कर्ज कालवरी क्रूस दे उत्ते चुका दिते अते उहने कहा तुहाडे लई पूरा होया। जे मैं उसके उत्ते निचा करदा कि प्रभु यसु मसीह मेरे पापी दे लई मारिया गया, मेरे पापी दे लई दफन किया गया अते मेरे पापी दे लई फिर मुर्दे विच जी उठिया, हुण मेरा प्रभु है। जे मैं विश्वास करदा तां इह शब्द मेरे लिए कहे जाण। फिर परमेश्वर की कहेगा, सेकंड परमेश्वर की कहेगा, ये इंपॉर्टेंट है। इत्थे मैं एक शब्द विश्वासी होने दे नाते कि असी ये शब्द सुनांगे, हे चंगे अते वफादार सेवक शाबाश। मती रची सुसमाचार 25 अध्याय 23 आयत दे विच लिखिया है, जिन्हां ने परमेश्वर दे विच
ਵਫਾਦਾਰੀ ਅਤੇ ਧਾਰਮਿਕਤਾ ਅਤੇ ਆਤਮਿਕਤਾ ਦੇ ਨਾਲ ਉਹਨੂੰ ਸਵੀਕਾਰ ਕਰਦੇ ਹੋਏ ਜੀਵਨ ਬਤੀਤ ਕੀਤਾ। ਉਹਨਾਂ ਦੇ ਲਈ ਇਹ ਸ਼ਬਦ, ਹੇ ਚੰਗੇ ਅਤੇ ਵਫਾਦਾਰ ਸੇਵਕ ਸ਼ਾਬਾਸ਼। ਪਹਿਲਾ ਪ੍ਰਭੂ ਦੇ ਸੰਗ ਰਹਿਣ ਲਈ ਬੁਲਾ ਲਿਆ ਗਿਆ ਤੇ ਪਰਮੇਸ਼ਰ ਫਿਰ ਉੱਥੇ ਮੈਨੂੰ ਕਹੇਗਾ, ਜਿੱਥੇ ਬੁਲਾਇਆ ਗਿਆ, ਕਿੱਥੇ? ਸਵਰਗ ਦੇ ਲਈ, ਸਵਰਗ ਦੇ ਲਈ। हे ਚੰਗੇ ਅਤੇ ਵਫਾਦਾਰ ਸੇਵਕ ਸ਼ਾਬਾਸ਼। ਇੱਕ ਪੁਰਾਣਾ ਭਜਨ ਕਹਿੰਦਾ ਹੈ, ਜਦ ਜਦ ਮੈਂ ਉਸ ਦੇ ਚਿਹਰੇ ਤੋਂ ਵੇਖਦਾ ਮੈਂ ਚਾਹਿਆ ਕਿ ਮੈਂ ਆਪਣੇ ਆਪ ਨੂੰ ਉਸ ਦੇ ਹੋਰ ਤੇ ਹੋਰ ਸਮਰਪਣ ਕਰਾਂ। ਕਾਹਦੇ ਲਈ? ਕਿ ਮੈਂ ਪਰਮੇਸ਼ਰ ਦੀ ਇੱਕ ਚੰਗੀ ਆਵਾਜ਼ ਆਪਣੇ ਜੀਵਨ ਦੇ ਲਈ ਸੁਣਾ। ਲੋਕ ਤਾਂ ਜਿਸ ਵੇਲੇ ਕੋਈ ਮੁੱਕਦਾ ਹੈ, ਜਿੱਥੇ ਸੋਗ ਹੁੰਦਾ ਹੈ, ਉੱਥੇ ਚੰਗੀਆਂ ਗੱਲਾਂ ਕਰਦੇ ਆ। ਪਰ ਮੇਰਾ ਪਰਮੇਸ਼ਰ, ਜਦੋਂ ਮੈਂ ਉਹਦੇ ਕੋਲ ਜਾਵਾਂ, ਕੀ ਉਹ ਮੇਰੇ ਬਾਰੇ ਚੰਗੀ ਗੱਲ ਕਹੇਗਾ? ਮੈਂ ਜਦੋਂ ਇਸ ਗੱਲ ਦੇ ਉੱਤੇ ਧਿਆਨ ਕਰ ਰਿਹਾ ਸੀ, ਸਿਆਪੇ ਵਾਲੇ ਘਰ ਵਿੱਚ ਜਾਣਾ ਨਿਉਂਦੇ ਵਾਲੇ ਘਰ ਵਿੱਚ ਵੜਨ ਨਾਲੋਂ ਚੰਗਾ ਹੈ। ਕਿਉਂ? ਕਿਉਂਕਿ ਚੰਗੀ ਗੱਲ ਕਹਿ ਰਹੇ ਆ, ਅਸੀਂ ਉਹਨਾਂ ਨੂੰ ਹੌਸਲਾ ਦੇਣ ਜਾ ਰਹੇ ਹਾਂ। ਅਸੀਂ ਉਹਨਾਂ ਦੇ ਜੀਵਨ ਦੇ ਵਿੱਚ ਅਜਿਹੀ ਗੱਲ ਕਰਨ ਜਾ ਰਹੇ ਜਿਹਦੇ ਨਾਲ ਉਹਨਾਂ ਨੂੰ ਤਸੱਲੀ ਮਿਲੇ, ਮੈਨੂੰ ਤਸੱਲੀ ਮਿਲੇ। ਮੇਰੇ ਪਿਆਰੇ ਅਜ਼ੀਜ਼, ਪਰਮੇਸ਼ਰ ਮੈਨੂੰ ਅਤੇ ਆਪ ਨੂੰ ਮੁਕਤੀ ਦਾ ਸੱਦਾ ਦੇ ਰਿਹਾ ਹੈ। ਇਸ ਵਚਨ ਦੇ ਨਾਲ ਮੁਕਤੀ ਦਾ ਸੱਦਾ ਦੇ ਰਿਹਾ ਹੈ। ਅੱਜ ਮੇਰੇ ਜੀਵਨ ਦੇ ਵਿੱਚ ਸੋਗ ਹੈ, ਚਾਰੋਂ ਤਰਫ ਸੋਗ ਹੈ, ਕਿਉਂਕਿ ਇਸ ਦੁਨੀਆ ਦੇ ਵਿੱਚ ਜੀਵਨ ਨਹੀਂ ਹੈ। ਮਾਤਰ ਜੀਵਨ ਹੈ ਤਾਂ ਪ੍ਰਭੂ ਯਿਸੂ ਮਸੀਹ ਵਿੱਚ ਹੈ। ਉਹ ਮੈਨੂੰ ਇਸ ਸਿਆਪੇ ਦੇ, ਇਸ ਪਿੱਟਣ ਦੇ ਰੋਲੇ ਦੇ ਵਿੱਚੋਂ ਆਪਣੇ ਕੋਲ ਬੁਲਾ ਰਿਹਾ ਹੈ, ਆਪਣੀ ਮੁਕਤੀ ਦੇ ਕੋਲ ਬੁਲਾ ਰਿਹਾ ਹੈ, ਆਪਣੇ ਸਵਰਗਿਕ ਰਾਜ ਦੇ ਵਿੱਚ ਬੁਲਾ ਰਿਹਾ ਹੈ, ਜਿੱਥੇ ਉਹ ਹਮੇਸ਼ਾ ਹਮੇਸ਼ਾ ਵਿਦਿਆਮਾਨ ਹੈ। ਮੇਰੇ ਜੀਵਨ ਦੇ ਨਾਲ ਸੰਗਤ ਕਰਨ ਦੇ ਲਈ ਹਮੇਸ਼ਾ ਹਮੇਸ਼ਾ ਜ਼ਿੰਦਾ ਹੈ। ਇਹ ਵਿਚਾਰਾਂ ਤਾਂ ਅੱਜ ਲਈ ਹਨ, ਕਿਉਂਕਿ ਕੱਲ ਬਹੁਤ ਦੇਰ ਹੋ ਜਾਵੇਗੀ। ਕੀ ਇਹ ਖਾਸ ਵਰਕਤ ਨਹੀਂ ਹੈ ਕਿ ਆਪਾਂ ਪ੍ਰਭੂ ਦੀ ਇੱਥੇ ਅਤੇ ਹੁਣ ਸੇਵਾ ਕਰ ਸਕਦੇ ਹਾਂ ਅਤੇ ਹੁਣ ਪ੍ਰਭੂ ਦੇ ਨਾਲ ਰਹਿ ਕੇ ਉਹਦੀ ਮਹਿਮਾ ਅਤੇ ਵਡਿਆਈ ਕਰ ਸਕਦੇ ਹਾਂ? ਇਹ ਬਰਕਤ ਦੀ ਗੱਲ ਹੈ, ਇਹ ਆਨੰਦ ਦੀ ਗੱਲ ਹੈ ਕਿ ਆਪਾਂ ਉਸ ਦੀ ਆਗਿਆ ਨੂੰ ਇੱਥੇ ਹੁਣ ਮੰਨ ਸਕਦੇ ਹਾਂ, ਕਿ ਆਪਾਂ ਇੱਥੇ ਹੁਣ ਇੱਕ ਗਵਾਹੀ ਦੇ ਸਕਦੇ ਹਾਂ ਇਸ ਸੰਸਾਰ ਵਿੱਚ ਜਿਸ ਨੇ ਉਸ ਨਾਲ ਨਫ਼ਰਤ ਕੀਤੀ ਅਤੇ ਉਸ ਨੂੰ ਰੱਦਿਆ, ਜਿੱਥੇ ਅਸੀਂ ਆਪਣੀ ਅਣਆਗਿਆਕਾਰੀਤਾ ਦੇ ਦੁਆਰਾ ਪਰਮੇਸ਼ਵਰ ਨੂੰ ਤਿਆਗਿਆ। ਪਰ ਉਸ ਨੇ ਮੈਨੂੰ ਬੁਲਾ ਲਿਆ ਆਪਣੀ ਸੱਚੀ ਆਰਾਧਨਾ ਦੇ ਲਈ, ਸੱਚੀ ਭਗਤੀ ਦੇ ਲਈ ਤੇ ਆਪਣੀ ਸੇਵਾ ਦੇ ਲਈ ਮੈਨੂੰ ਚੁਣਿਆ। ਕਿਹੜੀ ਸੇਵਾ ਦੇ ਲਈ? ਕਿ ਜਿੱਥੇ ਮੈਂ ਬਚ ਗਿਆ ਦੂਸਰੇ ਵੀ ਬਚ ਜਾਣ। ਮੈਂ ਇੱਕ ਜਗ੍ਹਾ ਦੇ ਉੱਤੇ ਲੰਘ ਰਿਹਾ ਸੀ, ਉਹਨਾਂ ਦਾ ਕੋਈ ਤਿਉਹਾਰ ਸੀ। ਉਹਨਾਂ ਨੇ ਇੱਕ ਮੋਮਬੱਤੀ ਬਾਲੀ, ਉਸ ਮੋਮਬੱਤੀ ਦੇ ਨਾਲ ਪਤਾ ਨਹੀਂ ਕਿੰਨੇ ਦੀਵੇ ਬਾਲ ਰਹੇ ਸੀ ਤੇ ਮੈਂ ਵੇਖ ਰਿਹਾ ਸੀ। ਮੈਂ ਪ੍ਰਭੂ ਦੇ ਵਿੱਚ ਬਲਦਾ ਹੋਇਆ ਦੀਵਾ ਤੇ ਮੈਂ ਕਿੰਨੇ ਦੀਵਿਆਂ ਦੇ ਵਿੱਚ ਪ੍ਰਭੂ ਦੀ ਉਹ ਜ਼ਿੰਦਗੀ ਜਿਹੜੀ ਉਹਨੇ ਮੈਨੂੰ ਅਤੇ ਆਪ ਨੂੰ ਬਚਾਉਣ ਦੇ ਲਈ ਕਲਵਰੀ ਕਰੂਸ ਦੇ ਉੱਤੇ ਦਿੱਤੀ, ਤੇ ਕਿੰਨੇ ਲੋਕ ਮੈਂ ਬਚਾ ਸਕਦਾ। ਅੱਜ ਉਹ ਮੁਕਤੀ ਮੇਰੇ ਦੁਆਰਾ ਪ੍ਰਭੂ ਹਰ ਇੱਕ ਨੂੰ ਦੇਣਾ ਚਾਹੁੰਦਾ ਹੈ ਅਤੇ ਉਹ ਕਹਿਣਾ ਚਾਹੁੰਦਾ ਹੈ ਇਹ ਗੱਲ ਕਿ ਉਹ
ਪ੍ਰਭੂ ਦੇ ਲਈ ਬਚਾਇਆ ਜਾਵੇ। ਉਹ ਕਹਿਣਾ ਚਾਹੁੰਦਾ ਹੈ ਕਿ ਉਹ ਮੇਰੇ ਨਾਲ ਸੰਗਤ ਕਰੇ। ਉਹ ਕਹਿਣਾ ਚਾਹੁੰਦਾ ਹੈ ਕਿ ਉਹ ਮੇਰੇ ਨਾਲ ਮੇਰੀ ਭਗਤੀ ਦੇ ਲਈ ਸੰਗਤ ਕਰੇ। ਸਾਨੂੰ ਇਹਨਾਂ ਗੱਲਾਂ ਉੱਤੇ ਸਿਰਫ ਹੁਣ ਵਿਚਾਰ ਹੀ ਨਹੀਂ ਕਰਨੀ ਚਾਹੀਦੀ, ਪਰ ਆਪਣੇ ਫੈਸਲੇ ਨੂੰ ਅਸਲੀ ਰੂਪ ਵੀ ਦੇਣਾ ਹੈ। ਅਸਲੀ ਰੂਪ ਵੀ ਦੇਣਾ ਹੈ। ਕਾਹਦੇ ਲਈ? ਤਾਂ ਕਿ ਅਸੀਂ ਅਸਲੀਅਤ ਵਿੱਚ ਪਰਮੇਸ਼ਰ ਦੀ ਸੰਤਾਨ ਬਣ ਸਕੀਏ, ਸੰਸਾਰ ਦੀ ਨਹੀਂ। ਕਿਉਂਕਿ ਸੰਸਾਰ ਦੀ ਸੰਤਾਨ ਹਮੇਸ਼ਾ ਦੀ ਮੌਤ ਲਈ ਜਾ ਰਹੀ ਹੈ, ਪਰ ਪਰਮੇਸ਼ਰ ਦੀ ਸੰਤਾਨ ਹਮੇਸ਼ਾ ਲਈ ਉਹਦੇ ਨਾਲ ਰਾਜ ਕਰਨ ਦੇ ਲਈ ਜਾ ਰਹੀ ਹੈ। ਕਹਿੰਦਾ ਉਸ ਨੇ ਮੇਰੇ ਰੋਣੇ ਨੂੰ, ਮੇਰੇ ਪਿੱਟਣ ਨੂੰ ਆਨੰਦ ਦੇ ਨਾਲ ਬਦਲ ਦਿੱਤਾ। ਜਦੋਂ ਮੈਂ ਦੂਸਰਾ ਜ਼ਬੂਰ ਦੇ ਆਖਰੀ ਪਲ ਨੂੰ ਪੜ੍ਹਦਾ ਹਾਂ, ਮੇਰੇ ਰੋਣੇ ਨੂੰ, ਮੇਰੇ ਪਿੱਟਣ ਨੂੰ ਉਸ ਨੇ ਆਨੰਦ ਦੇ ਨਾਲ ਬਦਲ ਦਿੱਤਾ। ਕਿੰਨੀ ਵੱਡੀ ਗੱਲ ਹੈ ਕਿ ਮੈਂ ਆਪਣੇ ਪ੍ਰਭੂ ਨੂੰ ਜਦੋਂ ਇਸ ਦੁਨੀਆ ਦੇ ਸਫ਼ਰ ਨੂੰ ਪੂਰੇ ਕਰਕੇ ਜਾਵਾਂਗਾ, ਉਹਨੂੰ ਰੂਬਰੂ ਵੇਖਾਂਗਾ। ਪੁਰਾਣੇ ਨਿਯਮ ਵਿੱਚ ਇੱਕ ਕਿੱਸਾ ਕਹਿ ਕੇ ਮੈਂ ਸਮਾਪਤ ਕਰਾਂਗਾ। ਪੁਰਾਣੇ ਨਿਯਮ ਵਿੱਚ ਦਾਨੀਏਲ ਆਪਣੇ ਹਾਲਾਤ ਉੱਤੇ ਸਿਰਫ ਚਿੰਤਨ ਹੀ ਨਹੀਂ ਕਰਦਾ, ਉਸਨੇ ਆਪਣੇ ਦਿਲ ਵਿੱਚ ਸਿਰਫ ਮਨਸ਼ਾ ਹੀ ਨਹੀਂ ਬਣੀ, ਉਸਨੇ ਰਾਜੇ ਦੀ ਮੇਜ਼ ਦੇ ਸਵਾਦਲੀਆਂ ਚੀਜ਼ਾਂ ਨਾਲ ਆਪਣੇ ਆਪ ਨੂੰ ਨਾਪਾਕ ਨਹੀਂ ਕਰੇਗਾ, ਇਹ ਫੈਸਲਾ ਕੀਤਾ। ਦੁਨੀਆ ਦੀ ਰੰਗ ਰਲੀਆਂ ਅਤੇ ਮਸਤੀ ਦੇ ਨਾਲ ਆਪਣੇ ਜੀਵਨ ਦਾ ਨਾਸ਼ ਨਹੀਂ ਕਰੇਗਾ। ਫੈਸਲਾ ਕਰਨਾ ਹੈ ਤੁਸੀਂ ਅਤੇ ਮੈਂ ਕਰ ਚੁੱਕਾ ਹਾਂ 30 ਸਾਲ ਪਹਿਲਾਂ। ਆਪਨੇ ਫੈਸਲਾ ਕਰਨਾ, ਮੈਂ ਦੁਨੀਆ ਦੇ ਨਾਲ, ਦੁਨੀਆ ਦੇ ਰੋਣੇ ਤੇ ਪਿੱਟਣ ਦੇ ਨਾਲ, ਮੈਂ ਪ੍ਰਭੂ ਦੇ ਆਨੰਦ ਦੇ ਨਾਲ ਆਪਣੇ ਜੀਵਨ ਨੂੰ ਬਦਲਣਾ ਹੈ। ਕਿਉਂਕਿ ਬਾਣੀ ਦੇ ਵਿੱਚ ਜਦੋਂ ਅਸੀਂ ਦੂਸਰਾ ਕੁਰਿੰਥੀਆਂ 6 ਅਧਿਆਇ 1 ਆਇਤ ਪੜ੍ਹਦੇ ਹਾਂ, ਕਹਿੰਦਾ ਅੱਜ ਹੀ ਮੁਕਤੀ ਦਾ ਦਿਨ ਹੈ, ਅੱਜ ਹੀ ਉਹ ਤੁਹਾਡੇ ਲਈ ਖੁਸ਼ੀ ਦੀ ਖਬਰ ਹੈ ਕਿ ਤੁਸੀਂ ਆਪਣੇ ਰੋਣੇ ਨੂੰ ਉਸ ਆਨੰਦ ਦੇ ਨਾਲ ਬਦਲ ਲਓ। ਉਹ ਆਨੰਦ ਮਾਤਰ ਪ੍ਰਭੂ ਯਿਸੂ ਮਸੀਹ ਵਿੱਚ ਹੈ, ਜਿਹੜਾ ਕਹਿੰਦਾ ਹੈ ਕਿ ਜਿਹੜਾ ਮੈਨੂੰ ਸਵੀਕਾਰ ਕਰਦਾ ਹੈ, ਮੈਂ ਉਸ ਦੀ ਜ਼ਿੰਦਗੀ ਦੇ ਵਿੱਚ ਆ ਕੇ ਉਸ ਨੂੰ ਆਨੰਦ ਦੇ ਨਾਲ ਭਰ ਦਿਆਂਗਾ। ਉਹ ਆਨੰਦ ਜਿਹੜਾ ਪ੍ਰੇਮ ਦਾ ਹੈ, ਉਹ ਆਨੰਦ ਜਿਹੜਾ ਸੱਚਾਈ ਦਾ ਹੈ, ਉਹ ਆਨੰਦ ਜਿਹੜਾ ਪਰਮੇਸ਼ਵਰ ਦੀ ਮਹਿਮਾ ਦਾ ਹੈ, ਆਦਰ ਦਾ ਹੈ, ਸਤਿਕਾਰ ਦਾ ਹੈ, ਉਹ ਮੈਂ ਤੁਹਾਨੂੰ ਦੇ ਦਿਆਂਗਾ। ਉਸਨੇ ਪਰਮੇਸ਼ਵਰ ਦੇ ਨਾਲ ਰਹਿਣ ਦਾ ਸੱਚਾ ਇਰਾਦਾ ਕੀਤਾ। ਦਾਨੀਏਲ ਨੇ, ਉਹਨੇ ਸੱਚੀ ਮਨਸ਼ਾ ਬੰਨੀ ਅਤੇ ਪਰਮੇਸ਼ਵਰ ਨੇ ਉਸ ਸੱਚੀ ਮਨਸ਼ਾ ਦੇ ਨਾਲ ਆਪਣੀ ਵਫਾਦਾਰੀ ਉਸ ਦੇ ਉੱਤੇ ਪ੍ਰਗਟ ਕੀਤੀ। ਜੇ ਅਸੀਂ ਵੀ ਆਪਣੀ ਸੱਚੀ ਮਨਸ਼ਾ ਪਰਮੇਸ਼ਵਰ ਦੇ ਅੱਗੇ ਰੱਖਦੇ ਹਾਂ, ਪਰਮੇਸ਼ਵਰ ਤੂੰ ਮੇਰਾ ਮੁਕਤੀ ਦਾਤਾ ਬਣ ਜਾ, ਮੈਂ ਮੰਨ ਲੈਂਦਾ ਹਾਂ ਕਿ ਤੂੰ ਮੇਰਾ ਪਰਮੇਸ਼ਰ ਹੈ, ਤੂੰ ਮੇਰੇ ਪਾਪਾਂ ਦੇ ਲਈ ਆਪਣੀ ਜਾਨ ਦਿੱਤੀ ਹੈ, ਮੈਂ ਸਵੀਕਾਰ ਕਰਦਾ ਹਾਂ ਕਿ ਯਿਸੂ ਮਸੀਹ ਵਿੱਚ ਜੀਵਨ ਹੈ ਅਤੇ ਉਹ ਜੀਵਨ ਮੈਂ ਆਪ ਦੇ ਪੁੱਤਰ ਦੇ ਵਿੱਚ ਸਵੀਕਾਰ ਕਰਦਾ। ਯਕੀਨਨ ਇਹ ਮਨਸ਼ਾ ਤੁਹਾਨੂੰ ਪਰਮੇਸ਼ਵਰ ਦੇ ਨਾਮ ਮਿਲਾਵੇਗੀ ਅਤੇ ਪਰਮੇਸ਼ਵਰ ਆਪਣੇ ਸਿੰਘਾਸਨ ਤੇ ਜਦੋਂ ਅਸੀਂ ਉਹਦੇ ਕੋਲ ਜਾਵਾਂਗੇ ਕਹੇਗਾ, ਕੀ ਕਹੇਗਾ? ਇਹ ਗੱਲ ਬੜੀ ਖਾਸ ਹੈ। ਇਹ ਚੰਗੇ ਅਤੇ ਵਫਾਦਾਰ ਸੇਵਕ, ਸ਼ਾਬਾਸ਼ ਕਿ ਤੂੰ ਆਪਣੇ ਰੋਣੇ ਅਤੇ ਆਪਣੇ ਪਿੱਟਣ ਨੂੰ ਮੇਰੇ ਪੁੱਤਰ ਦੇ ਉੱਤੇ ਵਿਸ਼ਵਾਸ ਕਰਕੇ ਆਨੰਦ ਦੇ ਨਾਲ ਬਦਲ ਲਿਆ। ਅੱਜ ਮੁਕਤੀ ਦਾ ਦਿਨ ਹੈ। ਕਿ ਤੁਸੀਂ ਮੁਕਤੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਉਸ ਨੂੰ ਸਵੀਕਾਰ ਕਰੋ। ਜੇ ਕਰ ਚੁੱਕੇ ਹੋ ਤਾਂ ਉਸ ਮੁਕਤੀ ਦੇ ਲਈ, ਉਸ ਜਿਉਂਦੀ ਆਸ ਦੇ ਲਈ ਦਿਨ ਪ੍ਰਤੀ ਦਿਨ ਉਸ ਦੇ ਵਿੱਚ ਵਧਦੇ ਜਾਓ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਬਰਕਤ ਦੇਵੇ। ਅਸੀਂ ਕੱਲ ਫੇਰ ਆਪ ਦੇ ਨਾਲ ਰੂਬਰੂ ਮਿਲਾਂਗੇ। ਤਦ ਤੱਕ ਦੇ ਲਈ ਮੈਂ ਆਪ ਦੇ ਨਾਲ ਅਲਵਿਦਾ ਹੁੰਦਾ ਹਾਂ। ਜੈ ਮਸੀਹ ਦੀ। ਮਾਰਾਨਾਥ।